ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 14 ਵਿਦਿਆ ਸਾਧਕੈ, ਗੁਰਮਤਿ ਅਵਗਤ ਅਕਥ ਕਹਾਣੀ। 14 ਭਵਨ ਉਲੰਘ ਕੈ, ਨਿਜ ਘਰ ਵਾਸ ਨੇਹੋ ਨਿਰਬਾਣੀ। 15 ਥਿਤੀ ਪਖ ਇਕ, ਕ੍ਰਿਸ਼ਨ ਸੁਕਲ ਦੁਇ ਪਖ ਨੀਸਾਣੀ। 16 ਸਾਰ ਸੰਘਾਰ ਕਰ, ਜੋੜਾ ਜੁੜਿਆ ਨਿਰਭਉ ਜਾਣੀ। 16 ਕਲਾ ਸੰਪੂਰਣੋ, ਸਸ ਘਰ ਸੂਰਜ ਵਿਰਤੀ ਹਾਣੀ। ਨਾਰ 16 ਸਿੰਗਾਰ ਕਰ, ਸੇਜ ਪਤਾਰ ਪਿਰਮ ਰਸ ਮਾਣੀ। ਸੇਵਤੈ ਸਖਤ ਸਤਾਰਹਿ ਵਾਣੀ, ਸੇਵਤੈ ਸਖਤ ਸਤਾਰਹਿ ਵਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਵਿਚਾਰ ਦੇ ਨਾਲ ਜੁੜੀਏ। 7ਵੀਂ ਵਾਰ ਦੀ 14ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਤੱਕ ਭਾਈ ਗੁਰਦਾਸ ਸਾਹਿਬ ਜੀ 13 ਦੀ ਗਿਣਤੀ ਕਰਕੇ ਗੁਰਮੁਖਾਂ ਦੀ ਅਵਸਥਾ ਬਾਰੇ ਦੱਸ ਚੁੱਕੇ ਹੈ। ਹੁਣ ਇਸ ਤੋਂ ਅੱਗੇ ਇਸ ਪੌੜੀ ਦੇ ਵਿੱਚ 14, 15 ਅਤੇ 16 ਦੀ ਗਿਣਤੀ ਕਰਦੇ ਹੈ ਅਤੇ ਸਾਨੂੰ ਦੱਸਦੇ ਹੈ ਜਿਹੜੇ ਗੁਰਮੁਖ ਪਿਆਰੇ ਹੈ ਉਹਨਾਂ ਦੀ ਅਵਸਥਾ ਇਹਨਾਂ ਸਾਰੀਆਂ ਗਿਣਤੀਆਂ ਮਿਣਤੀਆਂ ਤੋਂ ਉੱਪਰ ਹੁੰਦੀ ਹੈ। ਸੋ ਆਓ ਇਸ ਤੋਂ ਅੱਗੇ ਦੀ ਜੋ ਵਿਚਾਰ ਹੈ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਵਾਹਿਗੁਰੂ ਜੀ। 14 ਵਿਦਿਆ ਸਾਧਕੈ, ਗੁਰਮਤਿ ਅਵਗਤ ਅਕਥ ਕਹਾਣੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ ਜਿਹੜੇ ਗੁਰਮੁਖ ਹਨ, ਗੁਰਮੁਖ ਲੋਕਾਂ ਨੇ 14 ਤਰ੍ਹਾਂ ਦੀ ਜੋ ਵਿੱਦਿਆ ਮੰਨੀ ਹੈ, ਉਸ 14 ਤਰ੍ਹਾਂ ਦੀ ਵਿੱਦਿਆ ਨੂੰ ਸਾਧ ਕੇ ਭਾਵ ਜਿੱਤ ਕੇ ਗੁਰੂ ਦੀ ਸਿੱਖਿਆ ਜੋ ਹੈ ਗੁਰਮਤ, ਜਿਹੜੀ ਕਦੇ ਵੀ ਚਲਾਏਮਾਨ ਹੋਣ ਵਾਲੀ ਨਹੀਂ ਹੈ, ਗੁਰੂ ਦੀ ਸਿੱਖਿਆ ਦੇ ਰਾਹੀਂ ਅਕਥ ਕਥਾ ਦੀ ਕਹਾਣੀ ਉਹਦੇ ਵਿੱਚ ਗੁਰਮੁਖ ਪਿਆਰੇ ਪੁੱਜ ਗਏ ਹੈ। 14 ਤਰ੍ਹਾਂ ਦੀ ਵਿੱਦਿਆ ਉਸ ਨੂੰ ਜਿੱਤ ਲਿਆ ਹੈ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਅਕਥ ਕਹਾਣੀ ਤੱਕ ਉਹ ਪਹੁੰਚ ਗਏ ਹੈ, ਜਿਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। 14 ਭਵਨ ਉਲੰਘ ਕੈ, ਨਿਜ ਘਰ ਵਾਸ ਨੇਹੋ ਨਿਰਬਾਣੀ। ਇਸੇ ਤਰ੍ਹਾਂ ਜਿਹੜੇ 14 ਭਵਨ ਹਨ
ਉਹਨਾਂ 14 ਭਵਨਾਂ ਨੂੰ ਲੰਘ ਕੇ ਨਿਜ ਘਰ ਦੇ ਵਿੱਚ ਸਵੈ ਸਰੂਪ ਦੇ ਵਿੱਚ ਗੁਰਮੁਖਾਂ ਦਾ ਵਾਸਾ ਹੋ ਗਿਆ ਹੈ। ਨੇਹੋ ਨਿਰਬਾਣੀ, ਤੇ ਪਰਮਾਤਮਾ ਨੂੰ ਨੇਹੋ ਪਿਆਰ ਕਰਦੇ ਹੋਏ ਉਹ ਸਹਿਜ ਪਦ ਵਿੱਚ ਪਹੁੰਚੇ ਹੈ, ਅਥਵਾ ਨਿਰਬਾਣੀ ਕਹਿੰਦੇ ਵਾਸ਼ਨਾ ਤੋਂ ਰਹਿਤ ਪਦਵੀ। ਉਸ ਪਦਵੀ 'ਤੇ ਪਹੁੰਚ ਗਏ ਹੈ ਜਿੱਥੇ ਕੋਈ ਵਾਸ਼ਨਾ ਨਹੀਂ ਹੈ। ਗੁਰਮੁਖ ਪਿਆਰੇ 14 ਭਵਨਾਂ ਨੂੰ ਲੰਘ ਕੇ ਪਾਰ ਹੋ ਗਏ ਹੈ। 15 ਥਿਤੀ ਪਖ ਇੱਕ, ਕ੍ਰਿਸ਼ਨ ਸੁਕਲ ਦੋਏ ਪਖ ਨੀਸਾਣੀ। ਭਾਈ ਸਾਹਿਬ ਨੂੰ ਪੁੱਛੀਏ, ਭਾਈ ਸਾਹਿਬ ਜੀ 14 ਦੀ ਗਿਣਤੀ ਤੋਂ ਬਾਅਦ ਫਿਰ ਗਿਣਤੀ 15 ਦੀ ਆਉਂਦੀ ਹੈ। ਭਾਈ ਸਾਹਿਬ ਜੀ ਕਹਿੰਦੇ ਇਹ ਤਾਂ ਸੰਸਾਰੀ ਗਿਣਤੀਆਂ ਨੇ, ਪਰ ਗੁਰਮੁਖਾਂ ਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਜੇ 15 ਦੀ ਗਿਣਤੀ ਕਹਿੰਦੇ ਹੋ ਤਾਂ ਸੁਣੋ, 15 ਥਿਤੀ ਪਖ ਇੱਕ। ਇੱਕ ਪੱਖ ਦੇ ਵਿੱਚ 15 ਥਿੱਤਾਂ ਹੁੰਦੀਆਂ ਹਨ। ਕ੍ਰਿਸ਼ਨ ਸੁਕਲ ਦੋਏ ਪੱਖ ਨੀਸਾਣੀ, ਤੇ ਮਹੀਨੇ ਦੇ ਵਿੱਚ 2 ਪੱਖ ਹੁੰਦੇ ਹੈ, ਇੱਕ ਸੁਕਲ ਪੱਖ, ਇੱਕ ਕ੍ਰਿਸ਼ਨ ਪੱਖ। ਜਾਂ ਇਉਂ ਕਹਿ ਲਓ ਵੀ ਹਨੇਰਾ ਪੱਖ ਤੇ ਚਾਨਣਾ ਪੱਖ। ਮਹੀਨੇ ਦੇ ਵਿੱਚ 2 ਪੱਖ ਹੁੰਦੇ ਹੈ, ਇੱਕ ਅਮਾਵਸ ਤੋਂ ਲੈ ਕੇ ਪੂਰਨਮਾਸ਼ੀ ਤੱਕ, ਦੂਜਾ ਪੂਰਨਮਾਸ਼ੀ ਤੋਂ ਅਮਾਵਸ ਤੱਕ। ਸੋ ਇਹ ਮਹੀਨੇ ਦੇ 2 ਪੱਖ ਨੇ, ਇੱਕ ਚਾਨਣਾ ਪੱਖ, ਇੱਕ ਹਨੇਰਾ ਪੱਖ। ਸੋ ਇੱਕ ਪੱਖ ਜਿਹੜਾ ਹੈ ਉਹ 15 ਥਿੱਤਾਂ ਦਾ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਹਨ ਉਹ ਸ਼ੁਕਲ ਅਤੇ ਕ੍ਰਿਸ਼ਨ ਪੱਖ, ਇਹਨਾਂ ਦੋਹਾਂ ਹੀ ਪੱਖਾਂ ਨੂੰ ਗੁਰਮੁਖਾਂ ਨੇ ਜਿੱਤ ਲਿਆ ਹੈ। ਸੋ ਗੁਰਮੁਖ ਪਿਆਰਿਆਂ ਦੀ ਅਵਸਥਾ ਵਰਣਨ ਨਹੀਂ ਕੀਤੀ ਜਾ ਸਕਦੀ। 16 ਸਾਰ ਸੰਘਾਰ ਕਰ, ਜੋੜਾ ਜੁੜਿਆ ਨਿਰਭਉ ਜਾਣੀ। 15 ਤੋਂ ਅੱਗੇ ਫਿਰ ਗਿਣਤੀ ਆਉਂਦੀ ਹੈ 16 ਦੀ। ਭਾਈ ਗੁਰਦਾਸ ਜੀ ਕਹਿੰਦੇ 16 ਸਾਰ ਸਿੰਗਾਰ ਕਰ। ਸਾਰ ਕਹਿੰਦੇ ਨਰਦਾਂ ਨੂੰ, ਜਿਵੇਂ ਚੌਪੜ ਦੀ ਖੇਡ ਦੇ ਵਿੱਚ 16 ਨਰਦਾਂ ਨੂੰ ਮਾਰ ਕੇ ਜਦ ਜੋੜਾ ਜੁੜਦਾ ਹੈ, ਜੋੜਾ ਜੁੜਿਆ, ਤੇ ਫਿਰ ਉਹ ਜਿਹੜਾ ਜੋੜਾ ਜੁੜਿਆ ਹੋਇਆ ਹੁੰਦਾ ਉਹ ਮਾਰਿਆ ਨਹੀਂ ਜਾਂਦਾ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੈ ਨਾ, ਉਹ ਵਾਹਿਗੁਰੂ ਪਰਮਾਤਮਾ ਉਹਦੇ ਨਾਲ ਮਿਲ ਕੇ ਇੱਕ ਗੁਰਮੁਖ ਅਤੇ ਦੂਜਾ ਵਾਹਿਗੁਰੂ ਜੋੜਾ ਜੁੜ ਗਿਆ। ਹੁਣ ਉਸ ਗੁਰਮੁਖ ਨੂੰ ਕੋਈ ਨਹੀਂ ਮਾਰ ਸਕਦਾ। 16 ਸਾਰ, 16 ਜੋ ਨਰਦਾਂ ਹਨ ਉਹ ਗੁਰਮੁਖਾਂ ਨੇ ਮਾਰ ਲਈਆਂ ਨੇ। 16 ਨਰਦਾਂ ਕੀ, 5 ਗਿਆਨ ਇੰਦਰੇ, 5 ਕਰਮ ਇੰਦਰੇ, ਔਰ ਇਸੇ ਤਰ੍ਹਾਂ 5 ਤੱਤ ਤੇ ਮਨ, ਇਹਨਾਂ ਸਾਰਿਆਂ ਨੂੰ ਜਿੱਤ ਲਿਆ ਹੈ, ਕਾਬੂ ਵਿੱਚ ਕਰ ਲਿਆ ਹੈ। ਸੋ ਗੁਰਮੁਖ ਪਿਆਰੇ ਜਿਹੜੇ ਹੈ, ਜੋੜਾ ਜੁੜਿਆ ਨਿਰਭਉ ਜਾਣੀ, ਪਰਮਾਤਮਾ ਦੇ ਨਾਲ ਮਿਲ ਕੇ ਸੋ ਵਾਹਿਗੁਰੂ ਦੇ ਨਾਲ ਐਸੇ ਇਕਮਿਕ ਹੋਏ ਹੈ। ਹੁਣ ਨਿਰਭਉ ਹੋ ਗਏ ਹੈ। ਹੁਣ ਜੰਮਣ ਮਰਨ ਉਹਦੇ ਤੋਂ ਰਹਿ ਗਏ ਹੈ, ਭਾਵ ਨਾ ਉਹਨਾਂ ਦਾ ਜਨਮ ਅਤੇ ਨਾ ਮਰਨ ਹੈ। ਜੰਮਣ ਮਰਨ ਤੋਂ ਮੁਕਤ ਹੋ ਗਏ ਹੈ ਗੁਰਮੁਖ ਪਿਆਰੇ। ਸੋ 16 ਦੀ ਜਿਹੜੀ ਗਿਣਤੀ ਹੈ ਗੁਰਮੁਖਾਂ ਨੇ ਉਸ ਨੂੰ ਵੀ ਜਿੱਤ ਲਿਆ ਹੈ। 16 ਕਲਾ ਸੰਪੂਰਨ, ਸਸ ਘਰ ਸੂਰਜ ਵਿਰਤੀ ਹਾਣੀ। ਜਿਹੜਾ ਚੰਦਰਮਾ ਹੈ ਇਸ ਦੀਆਂ 16 ਕਲਾ ਹਨ। 16 ਕਲਾ ਸੰਪੂਰਨ ਹੋਣ ਤੋਂ ਬਾਅਦ ਜਦੋਂ ਚੰਦਰਮਾ ਸੂਰਜ ਦੇ ਘਰ ਦੇ ਵਿੱਚ ਦਾਖਲ ਹੋਇਆ, ਪੂਰਨਮਾਸ਼ੀ ਦੇ ਪਿੱਛੋਂ ਚੰਦਰਮਾ ਦਾ ਹਨੇਰਾ ਪੱਖ ਲੱਗਦਾ ਹੈ। ਭਾਵ ਇਹ ਹੈ ਕਿ ਜਿਹੜਾ ਚੰਦਰਮਾ ਦਿਨੇ ਉਹ ਸੂਰਜ ਦੇ ਘਰ ਦੇ ਵਿੱਚ ਜਾਣਾ ਸ਼ੁਰੂ ਹੋ ਜਾਂਦਾ ਹੈ, ਅਤੇ ਸੂਰਜ ਦੇ ਤੇਜ ਪ੍ਰਕਾਸ਼ ਦੇ ਸਾਹਮਣੇ ਉਹ ਦਿਸਦਾ ਨਹੀਂ। ਚੰਦਰਮਾ ਨੂੰ ਦੂਜੇ ਘਰ ਵਿੱਚ ਜਾਣ ਕਰਕੇ ਘਾਟਾ ਵਰਤ ਜਾਂਦਾ ਹੈ। ਚੰਦਰਮਾ ਤਾਂ ਰਹਿੰਦਾ ਹੀ ਹੈ, ਫਿਰ ਉਹ ਸੂਰਜ ਦੇ ਘਰ ਵਿੱਚ ਭਾਵ ਦਿਨੇ ਚੜ੍ਹਿਆ ਅਸੀਂ ਵੇਖਦੇ ਹਾਂ। 16 ਕਲਾ ਜਦੋਂ ਸੰਪੂਰਨ ਹੋ ਜਾਂਦੀਆਂ ਨੇ ਚੰਦਰਮਾ ਦੀਆਂ,
ਫਿਰ ਉਹ ਸੂਰਜ ਦੇ ਘਰ ਵਿੱਚ ਦਾਖਲ ਹੋ ਜਾਂਦਾ। ਭਾਵ ਦਿਨੇ ਇੱਕ ਪਾਸੇ ਸੂਰਜ ਹੁੰਦਾ ਹੈ, ਪੂਰਾ ਤੇਜ ਚਾਨਣ ਕਰਦਾ, ਪ੍ਰਕਾਸ਼ ਕਰਦਾ। ਸੂਰਜ ਵੀ ਆਕਾਸ਼ ਦੇ ਵਿੱਚ ਹੁੰਦਾ ਹੈ। ਫਿਰ ਸੂਰਜ ਦੇ ਤੇਜ ਦੇ ਸਾਹਮਣੇ ਚੰਦਰਮਾ ਸਾਨੂੰ ਨਜ਼ਰ ਨਹੀਂ ਆਉਂਦਾ ਵੀ ਚੰਦਰਮਾ ਹੈ ਕਿੱਥੇ ਹੈ। ਹੁੰਦਾ ਤੇ ਹੈ, ਬੜੇ ਧਿਆਨ ਦੇ ਨਾਲ ਦੇਖੋ ਫਿਰ ਦਿਸ ਵੀ ਜਾਂਦਾ ਹੈ। ਸੋ ਦੂਜੇ ਘਰ ਦੇ ਵਿੱਚ, ਸੂਰਜ ਦੇ ਘਰ ਦੇ ਵਿੱਚ ਪ੍ਰਵੇਸ਼ ਹੋ ਜਾਂਦਾ ਹੈ। ਫਿਰ ਉਸ ਦੀ ਹਾਨੀ ਹੁੰਦੀ ਹੈ, ਉਹਦੇ ਵਾਸਤੇ ਘਾਟਾ ਵਰਤ ਜਾਂਦਾ ਹੈ। ਇਸੇ ਤਰ੍ਹਾਂ ਗੁਰਮੁਖ ਪਿਆਰੇ ਇਸ ਗੱਲ ਨੂੰ ਸਮਝਦੇ ਹੈ ਕਿ ਸਹਿ ਸਰੂਪ ਨਿੱਜੀ ਘਰ ਨੂੰ ਛੱਡ ਕੇ ਜਿਹੜੇ ਹੋਰ ਘਰਾਂ ਦੇ ਵਿੱਚ ਟਿਕਾਣਾ ਕਰਦੇ ਹੈ, ਫਿਰ ਉਹਨਾਂ ਨੂੰ ਹਾਨਤਾ ਹੀ ਹੈ, ਉਹਨਾਂ ਦੇ ਜੀਵਨ ਵਿੱਚ ਘਾਟਾ ਹੀ ਘਾਟਾ ਹੈ। ਇੱਥੇ ਸਾਹਿਬ ਨੇ ਬਾਣੀ ਵਿੱਚ ਕਿਹਾ, ਅਬਨਾਸੀ ਸੁਖ ਆਪਨ ਆਸਨ, ਆਪਣੇ ਆਸਨ 'ਤੇ ਹੀ ਅਬਨਾਸ਼ੀ ਸੁਖ ਮਿਲਦਾ ਹੈ। ਸਵੈ ਸਰੂਪ ਘਰ ਦੇ ਵਿੱਚ ਹੀ ਸਦੀਵੀ ਸੁਖ ਹੈ, ਜੇ ਦੂਜੇ ਘਰ ਦੇ ਵਿੱਚ ਕਦੇ ਵੀ ਸੁਖ ਨਹੀਂ ਮਿਲਦਾ। ਸੋ ਗੁਰਮੁਖ ਇਸ ਗੱਲ ਨੂੰ ਸਮਝਦੇ ਹੈ। ਨਾਰ ਸੋਲਹਿ ਸਿੰਗਾਰ ਕਰ, ਸੇਜ ਪਧਾਰ ਪਿਰਮ ਰਸ ਮਾਣੀ। ਇਸੇ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਹੁਣ ਇੱਕ ਹੋਰ ਉਦਾਹਰਣ ਦੇ ਕੇ ਸਮਝਾਉਂਦੇ ਹੈ ਵੀ ਜਿਵੇਂ ਇਸਤਰੀ 16 ਸ਼ਿੰਗਾਰ ਕਰਕੇ ਉਹ ਪਤੀ ਦੀ ਸੇਜਾ ਨੂੰ ਮਾਣਦੀ ਹੈ, ਇਸੇ ਤਰ੍ਹਾਂ ਜਿਹੜੀ ਇਸਤਰੀ ਹੈ ਨਾ, ਉਹ ਜਗਿਆਸੂ ਦੇ ਰੂਪ ਦੇ ਵਿੱਚ 16 ਸ਼ਿੰਗਾਰ ਕਰਦੀ ਹੈ, ਭਗਤੀ ਦੇ 16 ਗੁਣਾਂ ਨੂੰ ਧਾਰਨ ਕਰਦੀ ਹੈ ਅਤੇ ਫਿਰ ਹਿਰਦੇ ਦੀ ਸੇਜਾ ਦੇ ਉੱਤੇ ਪਤੀ ਪਰਮਾਤਮਾ ਪਰਮੇਸ਼ਰ ਉਹਦੇ ਮੇਲ ਦਾ ਆਨੰਦ ਮਾਣਦੀ ਹੈ। ਪਿਰਮ ਰਸ ਮਾਣੀ, ਪਿਆਰੇ ਦੇ ਪ੍ਰੇਮ ਰਸ ਨੂੰ ਮਾਣਦੀ ਹੈ ਔਰ ਸਵੈ ਪਦਵੀ ਜੋ ਸਵੈ ਪਦ ਹੈ ਉਹਦੇ ਵਿੱਚ ਪਹੁੰਚ ਜਾਂਦੀ ਹੈ। ਗੁਰਮੁਖ ਪਿਆਰੇ ਵਾਹਿਗੁਰੂ ਦੇ ਵਿੱਚ ਅਭੇਦ ਹੁੰਦੇ ਹੈ। 16 ਭਗਤੀ ਦੇ ਗੁਣਾਂ ਨੂੰ ਧਾਰਨ ਕਰਕੇ ਹਿਰਦੇ ਦੀ ਸੇਜਾ 'ਤੇ ਪਰਮਾਤਮਾ ਦੇ ਨਾਲ ਮੇਲ ਮਿਲਾਪ, ਉਸ ਆਨੰਦ ਨੂੰ, ਰਸ ਨੂੰ ਗੁਰਮੁਖ ਪਿਆਰੇ ਮਾਣਦੇ ਹੈ। ਇਸ ਤਰ੍ਹਾਂ ਜਿਹੜੀ 16 ਦੀ ਗਿਣਤੀ ਹੈ ਨਾ, ਉਹਨੂੰ ਵੀ ਗੁਰਮੁਖ ਪਿਆਰੇ ਜਿੱਤ ਲੈਂਦੇ ਹੈ। ਸੇਵਤੈ ਸਖਤ ਸਤਾਰਹਿ ਬਾਣੀ। ਸੋ 17 ਪਾਠ ਵੀ ਆਉਂਦਾ ਹੈ, 17 ਵੀ, ਇਹ ਦੋਵੇਂ ਪਾਠ ਨੇ। ਸੇਵਤੈ ਸਖਤ ਸਤਾਰਹਿ ਬਾਣੀ। ਭਾਈ ਗੁਰਦਾਸ ਜੀ ਕਹਿੰਦੇ ਸਿਵ ਤੇ ਸ਼ਕਤ ਕਹਿੰਦੇ ਸ਼ਕਤੀ ਮਾਇਆ, ਇਹਨਾਂ ਦੀਆਂ 17 ਸ਼ਕਤੀਆਂ ਨੇ। ਸੇਵਤੈ ਸਖਤ ਸਤਾਰਹਿ ਬਾਣੀ। ਸਖਤ ਜੋ ਸ਼ਕਤੀ ਹੈ ਮਾਇਆ, ਉਹਦੀਆਂ 16 ਕਲਾਂ ਮੰਨੀਆਂ ਹਨ। 10 ਪ੍ਰਾਣ ਹੋ ਗਏ, 5 ਤੱਤ ਹੋ ਗਏ, 15 ਤੇ 1 ਮਨ। ਇਹ ਮਾਇਆ ਦੀਆਂ ਸ਼ਕਤੀਆਂ ਨੇ 16। ਅਤੇ ਪਰਮਾਤਮਾ ਦੀ ਇੱਕੋ ਹੀ ਸ਼ਕਤੀ ਹੈ, ਜਿਹਦੇ ਸਾਹਮਣੇ ਬਾਕੀ ਸਾਰੀਆਂ ਸ਼ਕਤੀਆਂ ਫੇਲ ਕਹਿ ਲਓ। ਇੱਕ ਪਰਮਾਤਮਾ ਦੀ ਸ਼ਕਤੀ, ਇਹ ਤੇ 16 ਦੂਜੀਆਂ ਮਿਲ ਕੇ ਇਹ 17 ਜਿਹੜੀਆਂ ਸ਼ਕਤੀਆਂ ਨੇ ਇਹ ਇਕੱਤਰ ਹੋਈਆਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਸੋ ਇਸ ਤਰ੍ਹਾਂ ਇਹ 17 ਸ਼ਕਤੀਆਂ ਅਤੇ ਗੁਰਮੁਖ ਪਿਆਰੇ ਉਹਨਾਂ 16 ਨੂੰ ਜਿੱਤ ਕੇ 17ਵੀਂ ਜੋ ਇੱਕ ਕਲਾ ਪਰਮੇਸ਼ਰ ਦੀ ਸ਼ਕਤੀ ਹੈ ਨਾ, ਵਾਹਿਗੁਰੂ ਨੂੰ ਸਿਮਰਦੇ ਸਿਮਰਦੇ ਉਹਦਾ ਰੂਪ ਹੋ ਜਾਂਦੇ ਹੈ ਅਤੇ ਉਹਦੇ ਵਿੱਚ ਹੀ ਅਭੇਦ ਹੁੰਦੇ ਹੈ। ਸੋ ਇਸ 14ਵੀਂ ਪੌੜੀ ਦੇ ਵਿੱਚ 14, 15, 16 ਅਤੇ 17 ਦੀ ਗਿਣਤੀ ਕਰਕੇ ਭਾਈ ਸਾਹਿਬ ਨੇ ਦੱਸਿਆ ਹੈ। ਗੁਰਮੁਖਾਂ ਦੀ ਗਿਣਤੀ ਵਿੱਚ ਇਹ ਜੋ 14, 15, 16 ਦੀ ਗਿਣਤੀ ਆਈ ਹੈ, ਇਹਨਾਂ ਸਾਰਿਆਂ ਵਿੱਚ ਗੁਰਮੁਖ ਪਿਆਰੇ ਜਾਣਦੇ ਹੈ ਕਿ ਇੱਕ ਪਰਮਾਤਮਾ ਦੀ ਹੀ ਕਲਾ, ਉਸੇ ਦੀ ਸ਼ਕਤੀ ਵਰਤਦੀ ਹੈ ਅਤੇ ਗੁਰਮੁਖ ਜਿਹੜੇ ਹੈ ਵਾਹਿਗੁਰੂ ਦੇ ਵਿੱਚ ਅਭੇਦ ਰਹਿੰਦੇ ਹੈ। ਹੁਣ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ 18 ਤੋਂ ਲੈ ਕੇ ਅਤੇ 34 ਤੱਕ ਗਿਣਤੀ ਕਰਦੇ ਗੁਰਮੁਖਾਂ ਦੇ ਬਾਰੇ ਉਹਨਾਂ ਦੀ ਅਵਸਥਾ ਦੱਸ ਰਹੇ ਹੈ। ਗੋਤ 18 ਸੋਧ ਕੈ, ਪੜ੍ਹੈ ਪੁਰਾਣ 18 ਭਾਈ। 17 ਤੋਂ ਅੱਗੇ ਫਿਰ 18 ਦੀ ਗਿਣਤੀ ਆਉਂਦੀ ਹੈ। ਗੋਤ 18 ਸੋਧ ਕੈ,
ਗੋਤ ਤੋਂ ਭਾਵ ਹੈ ਵਰਣ। ਭਾਈ ਸਾਹਿਬ ਜੀ ਕਹਿੰਦੇ ਜਿਹੜੇ 18 ਵਰਣ ਹਨ, ਗੁਰਮੁਖਾਂ ਨੇ 18 ਦੇ 18 ਵਰਣ ਹੀ ਜਿੱਤ ਲਏ। 4 ਵਰਣ ਉਹ ਸ਼ੁੱਧ ਵਰਣ ਕਹੇ ਜਾਂਦੇ ਹੈ, ਉਹ ਤਾਂ ਬੜੀ ਵਾਰ ਆਪਾਂ ਸਰਵਣ ਕੀਤੇ ਹੈ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਹ 4 ਸ਼ੁੱਧ ਵਰਣ ਹਨ। ਇਸ ਤੋਂ ਇਲਾਵਾ 6 ਅਨਲੋਮਜ ਵਰਣ ਹਨ, 6 ਪ੍ਰਤਲੋਮਜ, 6 ਤੇ 6 ਉਹ 12 ਅਤੇ 4 ਸੁੱਧ, ਇਹ 16 ਵਰਣ ਹੋ ਗਏ। ਅਤੇ ਇੱਕ ਉਹ ਜੋ ਕੁਆਰੀ ਇਸਤਰੀ ਦੇ ਘਰੇ ਪੈਦਾ ਹੋਵੇ ਅਤੇ ਦੂਜਾ ਵਿਧਵਾ ਤੋਂ ਪੈਦਾ ਹੋਣ ਵਾਲਾ ਬੱਚਾ, 2 ਉਹ ਵਰਣ ਇਸ ਤਰ੍ਹਾਂ ਸਿਮਰਤੀਆਂ ਜੋ ਨੇ ਉਹ ਇਹਨਾਂ 18 ਵਰਣਾਂ ਦਾ, 18 ਗੋਤਾਂ ਦਾ ਜ਼ਿਕਰ ਕਰਦੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖਾਂ ਨੇ ਇਹ 18 ਦੇ 18 ਵਰਣ ਜਿੱਤ ਲਏ। 4 ਸ਼ੁੱਧ ਵਰਣ ਉਹਨਾਂ ਨੂੰ, ਜਿਹੜੇ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇਹਨਾਂ ਨੂੰ ਸ਼ੁੱਧ ਵਰਣ ਵਿੱਚ ਗਿਣਿਆ ਜਾਂਦਾ ਹੈ। ਅਤੇ 6 ਅਨਲੋਮਜ ਹੁੰਦੇ ਹੈ, ਜਿਵੇਂ ਪਿਓ ਬ੍ਰਾਹਮਣ ਹੈ ਅਤੇ ਜਿਹੜੀ ਮਾਂ ਹੈ ਉਹ ਖਤਰਾਣੀ ਹੈ, ਉਹਦੇ ਤੋਂ ਜਿਹੜੀ ਔਲਾਦ ਪੈਦਾ ਹੋਣੀ ਹੈ ਉਸ ਨੂੰ ਬ੍ਰਾਹਮਣ ਖੱਤਰੀ ਕਿਹਾ ਜਾਂਦਾ ਹੈ। ਪਿਓ ਬ੍ਰਾਹਮਣ ਹੈ ਅਤੇ ਜੇ ਮਾਂ ਵੈਸ਼ ਹੈ, ਉਹਦੇ ਤੋਂ ਪੈਦਾ ਹੋਣ ਵਾਲੀ ਔਲਾਦ ਬ੍ਰਾਹਮਣ ਵੈਸ਼ ਕਹਿਲਾਉਂਦੀ ਹੈ। ਸੋ ਇਸ ਤਰ੍ਹਾਂ ਇਹ ਅਨਲੋਮਜ 6 ਆਉਂਦੇ ਹੈ, ਬ੍ਰਾਹਮਣ ਖੱਤਰੀ, ਬ੍ਰਾਹਮਣ ਵੈਸ਼, ਬ੍ਰਾਹਮਣ ਸ਼ੂਦਰ, ਫਿਰ ਖੱਤਰੀ ਵੈਸ਼, ਖੱਤਰੀ ਸ਼ੂਦਰ, ਵੈਸ਼ ਸ਼ੂਦਰ। ਅਤੇ ਇਸੇ ਤਰ੍ਹਾਂ 6 ਉਹਨਾਂ ਨੂੰ ਪ੍ਰਤਲੋਮਜ ਕਿਹਾ ਜਾਂਦਾ ਹੈ। ਸਿੱਧੀ ਜੀ ਗੱਲ, ਮਾਂ ਹੋਰ ਹੈ, ਪਿਓ ਹੋਰ ਹੈ, ਉਹਨਾਂ ਤੋਂ ਪੈਦਾ ਹੋਣ ਵਾਲੀ ਸੰਤਾਨ। ਜੇ ਪਿਓ ਖੱਤਰੀ ਹੈ, ਮਾਂ ਵੈਸ਼ ਦੇ ਵਿੱਚੋਂ ਹੈ ਜਾਂ ਮਾਂ ਸ਼ੂਦਰ ਦੇ ਵਿੱਚੋਂ ਹੈ, ਉਸ ਤੋਂ ਪੈਦਾ ਹੋਣ ਵਾਲੀ ਸੰਤਾਨ। ਸੋ ਇਸ ਤਰ੍ਹਾਂ ਇਹ ਸਾਰੀ ਜਿਹੜੀ ਗਿਣਤੀ ਕਰਕੇ ਇਹ 18 ਵਰਣ ਗਿਣੇ ਗਏ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਗੁਰਮੁਖ ਹਨ, ਗੋਤ 18 ਸੋਧਕੈ। ਗੁਰਮੁਖਾਂ ਨੇ 18 ਹੀ ਵਰਣਾਂ ਨੂੰ ਜਿੱਤ ਕੇ ਪੜ੍ਹੇ ਪੁਰਾਣ 18 ਭਾਈ, 18 ਪੁਰਾਣਾਂ ਨੂੰ ਵੀ ਪੜ੍ਹ ਲਿਆ ਹੈ। 18 ਪੁਰਾਣਾਂ ਦਾ ਜੋ ਸਿਧਾਂਤ ਹੈ, ਉਹਨਾਂ ਦੇ ਵਿੱਚ ਜੋ ਗਿਆਨ ਹੈ, ਗੁਰਮੁਖ ਪਿਆਰੇ ਉਹਨੂੰ ਜਾਣਦੇ ਹੈ, ਸੋਝੀ ਹੈ ਗੁਰਮੁਖਾਂ ਨੂੰ। 18 ਗੋਤਾਂ ਨੂੰ, ਭਾਵ ਵਰਣਾਂ ਨੂੰ ਵੀ ਜਿੱਤ ਲਿਆ ਅਤੇ 18 ਪੁਰਾਣ ਵੀ ਗੁਰਮੁਖਾਂ ਨੇ ਪੜ੍ਹ ਲਏ ਹੈ। 19 20 21 ਲੰਘ, 22 ਉਮਰੇ ਸਾਧ ਨਿਵਾਈ। 18 ਤੋਂ ਅੱਗੇ ਫਿਰ ਗਿਣਤੀ 19 ਦੀ ਆਉਂਦੀ ਹੈ, ਜੋ 19 ਦੀ, 20 ਦੀ ਅਤੇ 21 ਦੀ ਗਿਣਤੀ ਹੈ। ਗੁਰਮੁਖ ਪਿਆਰੇ ਇਹਦੇ ਤੋਂ ਵੀ ਅੱਗੇ ਲੰਘ ਗਏ ਹੈ। 19 ਦੀ ਗਿਣਤੀ ਜੇ ਕਰੀਏ, 10 ਦਿਸ਼ਾਵਾਂ ਅਤੇ 9 ਖੰਡ ਜਿਹੜੇ ਨੇ ਧਰਤੀ ਦੇ, ਇਹ ਵੀ ਗੁਰਮੁਖਾਂ ਨੇ ਜਿੱਤ ਲਏ ਹੈ, ਇਹਦੇ ਤੋਂ ਅੱਗੇ ਲੰਘ ਗਏ ਹੈ। ਅਥਵਾ ਜਿਹੜੇ 18 ਵਰਣ ਹਨ ਉੱਤੇ ਗਿਣੇ ਹੈ, ਅਤੇ 19ਵਾਂ ਮਨਮੁਖ ਗਿਣਿਆ ਹੈ। ਜਿਹੜਾ ਮਨਮੁਖ ਹੁੰਦਾ ਹੈ ਉਹਨੂੰ 19ਵੀਂ ਵਿੱਚ ਗਿਣਦੇ ਨੇ। ਸੋ ਇਸ ਤਰ੍ਹਾਂ 19 ਦੇ ਇਹ ਜਿਹੜੇ 19 ਵਰਣ ਹਨ, ਇਹ ਗੁਰਮੁਖਾਂ ਨੇ ਜਿੱਤ ਲਏ ਹੈ। 19 20 21 ਲੰਘ, 19 ਤੋਂ ਅੱਗੇ ਫਿਰ 20 ਦੀ ਸੰਖਿਆ, 20 ਦੀ ਗਿਣਤੀ ਆਉਂਦੀ ਹੈ। 20 ਦੀ ਗਿਣਤੀ ਤੋਂ ਵੀ ਪਾਰ ਹੋ ਗਏ ਹੈ। ਜਿਵੇਂ ਆਪਾਂ ਬਾਣੀ 'ਚ ਪੜ੍ਹਦੇ ਹਾਂ, 20 ਵਿਸਵੇ ਗੁਰ ਕਾ ਮਨ ਮਾਨੈ। 20 ਵਿਸਵੇ ਪੂਰਨ ਤੌਰ 'ਤੇ ਨਿਸ਼ਚੈ ਕਰਕੇ ਜਿਹਦਾ ਮਨ ਗੁਰੂ ਦੇ ਉੱਤੇ ਮੰਨ ਜਾਏ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਉਹ ਪਰਮੇਸ਼ਰ ਬਾਰੇ ਜਾਣ ਲੈਂਦਾ ਹੈ। ਸੋ ਇਹ 20 ਦੀ ਗਿਣਤੀ ਜਿਹੜੀ ਹੈ, ਇਹਦੇ ਤੋਂ ਵੀ ਅੱਗੇ ਲੰਘ ਗਏ ਆ ਗੁਰਮੁਖ ਪਿਆਰੇ।
21 ਲੰਘ, ਫਿਰ ਜਿਹੜੀ 21 ਦੀ ਗਿਣਤੀ 21 ਪੁਰੀਆਂ ਹਨ, ਉਹਨਾਂ ਨੂੰ ਵੀ ਲੰਘ ਕੇ ਗੁਰਮੁਖ ਪਿਆਰੇ ਅੱਗੇ ਚਲੇ ਗਏ ਹੈ। 22 ਉਮਰੇ ਸਾਧ ਨਿਵਾਈ, 22 ਦੀ ਗਿਣਤੀ ਜਿਹੜੀ ਹੈ ਪਹਾੜ ਦੀਆਂ ਜਿਹੜੀਆਂ 22 ਧਾਰਾਂ ਅਤੇ ਉਹਨਾਂ ਦੇ ਜਿਹੜੇ ਉਮਰਾਵ ਹਨ, ਉਮਰੇ ਉਹਨਾਂ ਦੇ ਜਿਹੜੇ ਸੂਬੇ ਹਨ, ਉਮਰਾਓ ਹਨ, ਉਹ ਸਾਰੇ ਹੀ ਗੁਰਮੁਖ ਪਿਆਰਿਆਂ ਨੇ ਸਾਧ ਜਿੱਤ ਕੇ ਨਿਵਾਈ ਨਿਵਾ ਲਏ ਹੈ। 22 ਧਾਰ ਦੇ ਜਿਹੜੇ 22 ਉਮਰਾਵ ਹਨ, ਸੂਬੇਦਾਰ ਹਨ, ਉਹਨਾਂ ਨੂੰ ਗੁਰਮੁਖਾਂ ਨੇ ਜਿੱਤ ਲਿਆ। ਉਹ ਵੀ ਗੁਰਮੁਖਾਂ ਦੇ ਅੱਗੇ ਆ ਕੇ ਸੀਸ ਝੁਕਾਉਂਦੇ ਹੈ। ਜਿਵੇਂ ਅਸੀਂ ਇਤਿਹਾਸ ਪੜ੍ਹਦੇ ਹਾਂ, 22 ਧਾਰ ਦੇ ਪਹਾੜੀ ਰਾਜੇ ਕਲਗੀਧਰ ਸਤਿਗੁਰੂ ਦੇ ਨਾਲ ਜੰਗ ਕਰਦੇ ਰਹੇ, ਤਾਂ ਪਹਾੜਾਂ ਦੇ ਵਿੱਚ ਨਾ ਪਾਣੀ ਦੀਆਂ ਧਾਰਾਵਾਂ ਵਗਦੀਆਂ ਸੀ, ਛੋਟੀਆਂ ਛੋਟੀਆਂ ਨਦੀਆਂ, ਪਹਾੜਾਂ 'ਚੋਂ ਪਾਣੀ ਦੀ ਧਾਰਾ ਨਿਕਲਣੀ, ਉਹ ਕੁਝ ਖੇਤਰ ਹੋਣਾ, ਫਿਰ ਦੂਜੇ ਥਾਂ 'ਤੇ ਪਾਣੀ ਦੀ ਧਾਰ, ਤਾਂ ਉਹਨੂੰ ਇੱਕ ਧਾਰ ਪਹਾੜ ਦੀ ਕਿਹਾ ਜਾਂਦਾ ਸੀ। ਬਹੁਤ ਛੋਟੀਆਂ ਛੋਟੀਆਂ ਇਹ ਰਿਆਸਤਾਂ ਸਨ। ਸੋ ਜਿਹੜੀ 22 ਦੀ ਗਿਣਤੀ ਹੈ, ਭਾਈ ਗੁਰਦਾਸ ਜੀ ਕਹਿੰਦੇ ਪਹਾੜ ਦੀਆਂ 22 ਧਾਰਾਂ, ਉਹਨਾਂ ਦੇ ਜਿਹੜੇ ਉਮਰਾਵ ਨੇ, ਉਹਨਾਂ ਨੂੰ ਜਿੱਤ ਕੇ ਨਿਵਾ ਲਿਆ ਗੁਰਮੁਖ ਪਿਆਰਿਆਂ ਨੇ। ਸੰਖ ਅਸੰਖ ਲੁਟਾਏ ਕੈ, 23 24 25 ਪਾਈ। ਸੰਖ ਅਸੰਖ ਲੁਟਾਏ ਕੈ, ਇਸ ਤੋਂ ਅੱਗੇ ਗਿਣਤੀ ਤੋਂ ਫਿਰ ਅਣਗਿਣਤ ਸਭ ਕੁਝ ਹੀ ਗੁਰਮੁਖ ਪਿਆਰਿਆਂ ਨੇ ਲੁਟਾ ਲਿਆ, ਭਾਵ ਸਭ ਕੁਝ ਤਿਆਗ ਦਿੱਤਾ। ਗੁਰਮੁਖ ਪਿਆਰੇ, ਉਹਨਾਂ ਦਾ ਕਿਸੇ ਵਸਤੂ ਦੇ ਨਾਲ ਲਗਾਵ ਨਹੀਂ ਹੁੰਦਾ, ਪਕੜ ਨਹੀਂ ਹੁੰਦੀ। ਸੰਖ ਅਸੰਖ, ਸੰਖ ਅਸੰਖ, ਸੰਖ ਗਿਣਤੀ ਤੋਂ ਜੋ ਅਸੰਖ ਅਣਗਿਣਤ ਹੈ, ਅਥਵਾ ਅਣਗਿਣਤ ਸੰਖਾਂ ਅਤੇ ਅਸੰਖਾਂ ਨੂੰ ਲੁਟਾ ਕੇ, ਸਾਰਾ ਕੁਝ ਤਿਆਗ ਕੇ, ਛੱਡ ਕੇ 23 24 25 ਪਾਈ। ਇਹ ਜਿਹੜੀ ਗਿਣਤੀ ਹੈ ਨਾ, 23 24 ਅਤੇ 25 ਦੀ, ਭਾਵ 25 ਦੀ, ਇਸ ਗਿਣਤੀ ਨੂੰ ਵੀ ਗੁਰਮੁਖ ਪਿਆਰਿਆਂ ਨੇ ਜਿੱਤ ਲਿਆ ਹੈ। 18 ਸਿੱਧੀਆਂ ਅਤੇ 5 ਗੁਣ ਜਿਹੜੇ ਹੈ ਉਹ ਸਤ ਸੰਤੋਖ ਇਤਿਆਦਿਕ ਦੇ, ਸਤ ਸੰਤੋਖ ਦਇਆ ਧਰਮ ਧੀਰਜ, 5 ਇਹ ਗੁਣ ਅਤੇ 18 ਸਿੱਧੀਆਂ, ਇਹ 23 ਹੋ ਗਿਆ। 18 5 23, ਇਹਨਾਂ ਨੂੰ ਵੀ ਗੁਰਮੁਖ ਪਿਆਰਿਆਂ ਨੇ ਜਿੱਤ ਲਿਆ ਹੈ। 24 ਅਵਤਾਰ ਮੰਨੇ ਹੈ, 24 ਅਵਤਾਰ ਜਿਹੜੇ ਹੈ ਉਹਨਾਂ ਨੂੰ ਵੀ ਗੁਰਮੁਖ ਪਿਆਰਿਆਂ ਨੇ ਜਿੱਤ ਲੈਣਾ ਕੀਤਾ ਹੈ। 25 ਸੋ ਜੋ 25 ਪ੍ਰਕਿਰਤੀਆਂ ਹਨ, ਉਹਨਾਂ ਦੀ ਵੀ ਜਾਣਕਾਰੀ ਗੁਰਮੁਖਾਂ ਨੇ ਪਾ ਲਈ ਹੈ, ਉਹਨਾਂ ਨੂੰ ਵੀ ਜਿੱਤ ਲਿਆ ਹੈ। ਸੋ ਇਹ 23 24 ਅਤੇ 25, ਇਹਨਾਂ ਦੀ ਗਿਣਤੀ ਤੋਂ ਗੁਰਮੁਖ ਪਿਆਰੇ ਪਾਰ ਹੋ ਗਏ ਹੈ। ਤਿੰਨਾਂ ਲੋਕਾਂ ਦੇ ਤਿੰਨਾਂ ਹੀ ਸਮਿਆਂ ਦੀ ਗਿਆਤ, ਉਹਦਾ ਗਿਆਨ ਗੁਰਮੁਖਾਂ ਨੇ ਪ੍ਰਾਪਤ ਕਰ ਲਿਆ ਹੈ। 26 ਜੋੜ 27 ਹਾਂ, ਆਏ 28 ਮੇਲ ਮਿਲਾਈ। 25 ਤੋਂ ਅੱਗੇ 26 ਦੀ ਗਿਣਤੀ ਹੈ। 26 ਕੀ ਹੈ? 18 ਪਰਬ ਮਹਾਂਭਾਰਤ ਦੇ ਅਤੇ 8 ਵਿਆਕਰਣ। ਮਹਾਂਭਾਰਤ ਦੇ 18 ਪਰਬ ਹਨ। ਬੜਾ ਵੱਡਾ ਗ੍ਰੰਥ ਹੈ ਮਹਾਂਭਾਰਤ ਦੇ ਯੁੱਧ ਦੇ ਉੱਤੇ ਲਿਖਿਆ ਹੋਇਆ। ਮਹਾਂਭਾਰਤ ਦੇ 18 ਪਰਬ ਅਤੇ 8 ਵਿਆਕਰਣ ਦੇ, ਇਹ 26 ਬਣ ਗਏ। ਗੁਰਮੁਖ ਇਹਦੇ ਤੋਂ ਵੀ ਅੱਗੇ ਲੰਘ ਗਏ, ਇਹਨਾਂ ਨੂੰ ਵੀ ਜਿੱਤ ਲਿਆ। ਇਹਨਾਂ ਸਾਰਿਆਂ ਦਾ ਗਿਆਨ ਹੈ ਗੁਰਮੁਖਾਂ ਦੇ ਕੋਲ। 26 ਜੋੜ 27 ਹਾਂ, ਅਤੇ ਫਿਰ ਇਹਨਾਂ 26 ਦੇ ਨਾਲ 27 ਨਛੱਤਰ ਜਿਹੜੇ ਆ ਉਹਨਾਂ ਦਾ ਮੇਲ ਕੀਤਾ ਹੈ। ਨਛੱਤਰਾਂ ਦੀ ਗਿਣਤੀ ਜਿਹੜੀ ਹੈ ਉਹ 27 ਕੀਤੀ ਗਈ ਹੈ। 27 ਨਛੱਤਰਾਂ ਦਾ ਮੇਲ ਕਰਕੇ ਆਏ 28 ਮੇਲ ਮਿਲਾਈ। ਇਸੇ ਤਰ੍ਹਾਂ ਜੋ 28 ਹਨ ਉਹਨਾਂ ਦਾ ਮੇਲ ਗੁਰਮੁਖਾਂ ਨੇ ਮੇਲਿਆ ਹੈ। ਭਾਵ ਇਹ ਹੈ ਵੀ ਜਿਹੜੀ ਜੋਤਿਸ਼ ਹੈ ਉਹਦੇ ਵੀ ਭਰਮ ਤੋਂ ਗੁਰਮੁਖ ਪਿਆਰੇ ਅੱਗੇ ਲੰਘ ਗਏ ਹੈ।
26 27 ਤੇ 28 26 18 ਪਰ ਮਹਾਭਾਰਤ ਦੇ 8 ਵਿਆਕਰਣ ਇਹ 26 ਤੇ ਇਸੇ ਤਰ੍ਹਾਂ 27 ਨਛੱਤਰ ਉਹਨਾਂ ਦੇ ਬਾਰੇ ਵੀ ਗੁਰਮੁਖਾਂ ਨੂੰ ਪਤਾ ਗਿਆਨ ਹੈ। ਤੇ 28 ਇਹਨਾਂ ਦੀ ਵੀ ਗਿਣਤੀ ਸਾਡੇ ਸਿੱਖ ਵਿਦਵਾਨਾਂ ਨੇ ਕੀਤੀ ਹੈ ਵੀ 28ਵਾਂ ਰੇਵਤੀ ਨਛੱਤਰ ਜਿਹੜਾ ਉਹ ਇਹਨਾਂ ਦੇ ਨਾਲ ਲਿਆ ਕੇ ਮੇਲਿਆ ਹੈ। ਭਾਵ ਅਰਥ ਕਰਦੇ ਹੈ ਵੀ ਜੋ ਜੋਤਿਸ਼ ਦੇ ਭਰਮ ਭੁਲੇਖੇ ਹੈ ਨਾ, ਇਹਨਾਂ ਸਾਰਿਆਂ ਤੋਂ ਗੁਰਮੁਖ ਪਿਆਰੇ ਪਾਰ ਹੋ ਗਏ ਹੈ। ਉਲੰਘ 29 30 ਸਾਧ, ਲੰਘ 31 ਵਜੀ ਵਧਾਈ। 29 30 ਤੇ 31 ਇਹਨਾਂ ਸਾਰੀਆਂ ਗਿਣਤੀਆਂ ਨੂੰ ਸਾਧ ਲਿਆ, ਜਿੱਤ ਲਿਆ ਹੈ। ਤੇ ਫਿਰ ਉਹਨਾਂ ਦੇ ਹਿਰਦੇ ਘਰ ਦੇ ਵਿੱਚ, ਗੁਰਮੁਖਾਂ ਦੇ ਹਿਰਦੇ ਘਰ ਵਿੱਚ ਵਧਾਈ ਵੱਜਦੀ ਹੈ। ਉਲੰਘ 29 30 ਸਾਧ, 29 ਦਿਨ ਜੋ ਲੌਂਦ ਦਾ ਮਹੀਨਾ ਹੁੰਦਾ ਹੈ, ਜਿਹੜਾ ਚੰਦਰਮਾ ਦਾ ਸਾਲ ਹੈ, ਉਹ ਇੱਕ ਮਹੀਨਾ ਵਧੇਰੇ ਇੱਕ ਸਾਲ ਦੇ ਵਿੱਚ ਗਿਣਿਆ ਜਾਂਦਾ ਗਿਣਤੀ ਨੂੰ ਪੂਰਿਆਂ ਕਰਨ ਵਾਸਤੇ। 12 ਦੇ ਥਾਂ 'ਤੇ 13 ਮਹੀਨੇ ਹੁੰਦੇ ਆ, ਪਰ ਉਹ 'ਚ ਸੰਕ੍ਰਾਂਤੀ ਨਹੀਂ ਹੁੰਦੀ। ਉਹ 29 ਦਿਨਾਂ ਦਾ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹ ਜਿਹੜਾ ਲੌਂਦ ਦਾ ਮਹੀਨਾ ਹੈ ਨਾ, ਉਹਨੂੰ ਵੀ ਗੁਰਮੁਖਾਂ ਨੇ ਜਿੱਤ ਲਿਆ ਹੈ। ਜਿਵੇਂ ਇੱਧਰ ਲੀਪ ਦਾ ਸਾਲ ਆ ਜਾਂਦਾ ਨਾ ਅੰਗਰੇਜ਼ੀ ਮਹੀਨਿਆਂ ਦੇ ਵਿੱਚ, ਫਰਵਰੀ 29 ਦਿਨਾਂ ਦੀ ਹੋ ਜਾਂਦੀ ਹੈ। ਉਹ ਗਿਣਤੀ ਪੂਰੀ ਕਰਨ ਵਾਸਤੇ ਫਿਰ ਚੌਥੇ ਸਾਲ ਇੱਕ ਦਿਨ ਵਧਾ ਦਿੰਦੇ ਹੈ, ਫਰਵਰੀ ਨੂੰ 29 ਦਿਨਾਂ ਦਾ ਕਰ ਦਿੰਦੇ ਹੈ। ਇਸੇ ਤਰ੍ਹਾਂ ਚੰਦਰਮਾ ਦੇ ਹਿਸਾਬ ਜੋ ਮਹੀਨੇ ਹੁੰਦੇ ਹੈ, ਉਹਨਾਂ ਦਾ ਇੱਕ ਮਹੀਨਾ ਜਿਹੜਾ ਨਾ ਉਹ ਵੱਧ ਜਾਂਦਾ ਹੈ ਤੀਜੇ ਜਾਂ ਚੌਥੇ ਸਾਲ ਵਿੱਚ। ਉਹ 29 ਦਿਨਾਂ ਦਾ ਹੁੰਦਾ ਹੈ ਲੌਂਦ ਦਾ। ਭਾਈ ਗੁਰਦਾਸ ਜੀ ਕਹਿੰਦੇ ਉਹ 29 ਦਿਨ, ਉਹ ਸਾਲ, ਉਹ ਮਹੀਨੇ ਵੀ ਗੁਰਮੁਖ ਉਹਨਾਂ ਤੋਂ ਵੀ ਪਾਰ ਹੋ ਗਏ ਹੈ, ਅੱਗੇ ਲੰਘ ਗਏ ਹੈ। ਤੇ 30 ਜਿਹੜੇ ਰੋਜ਼ੇ ਹੈ, ਉਹਨਾਂ ਨੂੰ ਵੀ ਗੁਰਮੁਖਾਂ ਨੇ ਸਾਧ ਲਿਆ, ਜਿੱਤ ਲਿਆ ਹੈ। ਉਲੰਘ 29 30 ਸਾਧ, ਲੰਘ 31 ਵਜੀ ਵਧਾਈ। ਇਸੇ ਤਰ੍ਹਾਂ ਜਿਹੜੀਆਂ 31 ਸਿਮਰਤੀਆਂ ਹਨ, ਸਿਮਰਤੀਆਂ ਭਾਵੇਂ ਕਈ 27 ਕਹਿੰਦੇ, ਵੈਸੇ ਹੈ ਤੇ ਬਹੁਤ, ਪਰ ਮੁੱਖ 31 ਸਿਮਰਤੀਆਂ ਹਨ। 31 ਸਿਮਰਤੀਆਂ ਉਹਨਾਂ ਦੇ ਗਿਆਨ ਤੋਂ ਵੀ ਗੁਰਮੁਖ ਪਿਆਰੇ ਅੱਗੇ ਲੰਘ ਗਏ ਹੈ। ਤੇ ਫਿਰ ਉਹਨਾਂ ਦੇ ਹਿਰਦੇ ਘਰ ਵਿੱਚ ਵਧਾਈ ਵੱਜਦੀ ਹੈ ਤੇ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਵਿੱਚ ਮਿਲਦੇ ਹੈ। ਸਾਧ ਸੁਲੱਖਣ 32 ਹੈ ਤੇ 30 ਧਰੂ ਚੌਫੇਰ ਫਿਰਾਈ। 31 ਤੋਂ ਅੱਗੇ 32 ਸ਼ੁਭ ਗੁਣ ਹੁੰਦੇ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਸਤਿਗੁਰੂ ਦਾ ਬਚਨ ਹੈ, 32 ਸੁਲੱਖਣੀ ਸੱਚ ਸੰਤਤ ਪੂਤ। 32 ਸ਼ੁਭ ਗੁਣ, ਪ੍ਰੇਮ, ਪਵਿੱਤਰਤਾ, ਅਲੋਭ ਹੋਣਾ, ਇਸੇ ਤਰ੍ਹਾਂ ਹਲੀਮੀ, ਨਿਮਰਤਾ, ਇਹ ਸਾਰੇ ਗੁਣ ਜਿਹੜੇ ਹੈ ਉਹ 32 ਗਿਣੇ ਗਏ। ਭਾਈ ਗੁਰਦਾਸ ਜੀ ਕਹਿੰਦੇ ਇਹਨਾਂ 32 ਗੁਣਾਂ ਨੂੰ ਗੁਰਮੁਖਾਂ ਨੇ ਸਾਧ ਲਿਆ ਹੈ ਤੇ 30 ਧਰੂ ਚੌਫੇਰ ਫਿਰਾਈ। 32 ਜਿਹੜੇ ਗੁਣ ਹਨ ਉਹਨਾਂ ਨੂੰ ਧਾਰਨ ਕਰਕੇ ਅੱਗੇ ਲੰਘ ਗਏ ਹੈ। ਤੇ 30 ਜਿਹੜੇ 33 ਕਰੋੜ ਦੇਵਤੇ ਹੈ ਨਾ, ਉਹ ਭਗਤ ਧਰੂ ਦੇ ਦੁਆਲੇ ਪਰਿਕਰਮਾ ਕਰਦੇ ਹੈ। ਤੇ 30 ਧਰੂ ਚੌਫੇਰ ਫਿਰਾਈ, ਭਾਵ ਜਿਹੜਾ ਧਰੂ ਭਗਤ ਹੈ ਨਾ ਗੁਰਮੁਖ, ਉਹਦੇ ਦੁਆਲੇ 33 ਕਰੋੜ ਜਿਹੜੇ ਦੇਵਤੇ ਹੈ ਉਹਦੀਆਂ ਪਰਿਕਰਮਾ ਕਰਦੇ ਹੈ। ਗੁਰਮੁਖ ਪਿਆਰਿਆਂ ਨੇ ਇਹਨਾਂ ਸਾਰਿਆਂ ਨੂੰ 32 33 ਇਹਨਾਂ ਸਾਰਿਆਂ ਨੂੰ ਸਾਧ ਲਿਆ, ਸਾਰਿਆਂ ਨੂੰ ਜਿੱਤ ਲਿਆ ਹੈ। 34 ਲੇਖ ਅਲੇਖ ਲਖਾਈ। 33 ਤੋਂ ਅੱਗੇ 34 ਹੈ।
34 ਅੱਖਰਾਂ ਦੀ 34 ਅੱਖਰ ਨੇ। ਜੋ ਕੁਝ ਲੇਖਾ ਜਾਂ ਕਿਸੇ ਦੀ ਸਿਫਤ ਕਰਨੀ ਹੁੰਦੀ ਇਹਨਾਂ 34 ਅੱਖਰਾਂ ਦੇ ਵਿੱਚ ਲਿਖੀ ਜਾਂਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ 34 ਅੱਖਰ ਜਿਹੜੇ ਹੈ ਨਾ, ਕਿਸੇ ਦੀ ਸਿਫਤ ਲਿਖਣੀ, ਸੋ ਇਹਨਾਂ ਦੀ ਗਿਣਤੀ ਤੋਂ ਗੁਰਮੁਖ ਪਿਆਰੇ ਅੱਗੇ ਹੋ ਗਏ ਹੈ। 34 ਅੱਖਰਾਂ ਦੇ ਲੇਖੇ ਤੋਂ ਗੁਰਮੁਖ ਪਿਆਰੇ ਅਲੇਖ ਹੋ ਗਏ ਹੈ, ਅਤੇ ਨਾ ਜਾਣੇ ਜਾਣ ਵਾਲੇ ਪ੍ਰਭੂ ਨੂੰ ਗੁਰਮੁਖ ਪਿਆਰੇ ਜਾਣ ਗਏ ਹੈ। ਸੰਸਕ੍ਰਿਤ ਜਿਹੜੀ ਹੈ ਨਾ ਭਾਸ਼ਾ, ਉਹਦੇ ਸ਼ੁੱਧ ਅੱਖਰ 34 ਹੈ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰੋ, ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਆਉਂਦਾ, ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ, ਬਿਆਸ ਵਿਚਾਰ ਕਹਿਓ ਪਰਮਾਰਥ, ਰਾਮ ਨਾਮ ਸਰ ਨਾਹੀ। ਨਾਨਾ ਖਿਆਨ, ਕਈ ਤਰ੍ਹਾਂ ਦੇ ਵਖਿਆਨ, ਪੁਰਾਨ ਵੇਦ ਵਿਦ, ਪੁਰਾਣ ਵੇਦਾਂ ਦੀ ਵਿਧੀ, ਇਹ ਸਾਰਾ ਕੁਝ 34 ਅੱਖਰਾਂ ਦੇ ਵਿੱਚ ਹੈ। ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ, ਬਿਆਸ ਵਿਚਾਰ ਕਹਿਓ ਪਰਮਾਰਥ। ਅਤੇ ਬਿਆਸ ਰਿਸ਼ੀ ਨੇ ਵਿਚਾਰ ਕੇ ਪਰਮਾਰਥ ਦੀ ਇਹ ਗੱਲ ਦੁਨੀਆ ਨੂੰ ਕਹੀ ਹੈ, ਰਾਮ ਨਾਮ ਸਰ ਨਾਹੀ, ਕਿ ਪਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੁਛ ਨਹੀਂ ਹੈ। ਭਾਵੇਂ 4 ਵੇਦਾਂ ਦਾ ਵਖਿਆਨ ਹੋਵੇ, ਪੁਰਾਣਾਂ ਦਾ ਵਖਿਆਨ ਹੋਵੇ, ਇਹਨਾਂ 34 ਅੱਖਰਾਂ ਦੇ ਵਿੱਚ ਜਿੰਨੀ ਮਰਜ਼ੀ ਸਿਫਤ ਲਿਖੀ ਹੋਵੇ, ਜਿੰਨਾ ਮਰਜ਼ੀ ਗਿਆਨ ਲਿਖਿਆ ਹੋਵੇ ਇਹਨਾਂ 34 ਅੱਖਰਾਂ ਦੇ ਰਾਹੀਂ, ਪਰ ਪਰਮਾਤਮਾ ਦੇ ਨਾਮ ਦੇ ਬਰਾਬਰ ਕੁਛ ਵੀ ਨਹੀਂ ਹੈ। ਹੁਣ ਤੁਸੀਂ ਕਹੋਗੇ ਵੀ ਅੱਖਰ ਤਾਂ ਜ਼ਿਆਦਾ ਹੁੰਦੇ ਹੈ, ਜਿਹੜੇ ਹਿੰਦੀ ਪੜ੍ਹੇ ਹੈ, ਦੇਵਨਾਗਰੀ ਲਿਪੀ ਨੂੰ ਜਾਣਦੇ ਹੈ। ਮੂਲ ਰੂਪ ਵਿੱਚ 34 ਹੁੰਦੇ ਹੈ, ਬਾਕੀ ਜਿਹੜੇ ਨੇ ਉਹ ਅੱਖਰਾਂ ਨੂੰ ਅੱਖਰ ਮਿਲ ਕੇ ਫਿਰ ਬਣਦੇ ਹੈ। ਇਹਨਾਂ 34 ਅੱਖਰਾਂ ਦੇ ਵਿੱਚ 5 ਵਰਗ ਹੁੰਦੇ ਹੈ। ਇੱਕ ਵਰਗ ਦੇ ਵਿੱਚ 5 ਅੱਖਰ ਹੁੰਦੇ ਹੈ। ਇੱਕ ਵਰਗ ਦੇ ਵਿੱਚ 5 ਅੱਖਰ ਹੁੰਦੇ, 5 ਵਰਗ ਹੁੰਦੇ ਹੈ। 5 ਦੀ 5 ਨਾਲ ਗੁਣਾ ਕਰੋ, 25 ਆ ਗਏ। 6 ਅੱਖਰ ਇਹਦੇ ਤੋਂ ਅਗਲੇ ਹੁੰਦੇ ਹੈ, 3 ਸ਼ੁਰੂ ਵਾਲੇ ਹੁੰਦੇ, 9। ਇਸ ਤਰ੍ਹਾਂ 25 ਅਤੇ 9 34 ਅੱਖਰ ਬਣਦੇ ਹੈ। ਜੇ ਕਹੋ ਸਾਰੇ ਪੜ੍ਹ ਕੇ ਦੱਸ ਦਿੰਦਾ, ਪਹਿਲਾ ਆ ਈ ਊ, 3 ਅੱਖਰ ਇਹ ਹੋ ਗਏ, ਸਵਰ ਵਿੱਚ ਗਿਣੇ ਜਾਂਦੇ ਹੈ। ਫਿਰ ਜਿਹੜੇ 5 ਵਰਗ ਨੇ ਉਹਦੇ ਵਿੱਚੋਂ ਕਵਰਗ ਸ਼ੁਰੂ ਹੁੰਦਾ ਹੈ, ਕਾ ਖਾ ਗਾ ਘਾ ঙਾ। ਫਿਰ ਚਵਰਗ ਸ਼ੁਰੂ ਹੁੰਦਾ ਹੈ, ਚਾ ਸ਼ਾ ਜਾ ਝਾ ঞ। ਫਿਰ ਟਾ ਠਾ ਡਾ ਢਾ ਣਾ, ਤਾ ਥਾ ਦਾ ਧਾ ਨਾ, ਪਾ ਫਾ ਬਾ ਭਾ ਮਾ। 6 ਅੱਗੇ, ਯਾ ਰਾ ਲਾ ਵਾ ਸਾ ਹਾ। ਇਹ 6 ਅੱਖਰ ਹੈ। ਕਿਉਂਕਿ ਸਾਨੂੰ ਸਕੂਲ ਦੇ ਵਿੱਚ ਸਾਰੇ ਪੜ੍ਹਾਏ ਗਏ ਹੈ ਦੇਵਨਾਗਰੀ ਲਿਪੀ, ਔਰ 3 ਸਾਲ 6ਵੀਂ 7ਵੀਂ ਅਤੇ 8ਵੀਂ 3 ਜਮਾਤਾਂ ਸੰਸਕ੍ਰਿਤ ਸਬਜੈਕਟ ਸਾਡੇ ਕੋਲ ਹੁੰਦਾ ਸੀ, ਉਹਦੇ ਵਿੱਚ ਅਸੀਂ ਇਹ ਸਾਰੇ ਪੜ੍ਹੇ ਹੈ। 5 ਵਰਗਾਂ ਦੇ 25 ਅੱਖਰ, ਅਤੇ ਯਾ ਰਾ ਲਾ ਵਾ ਹਾ ਸਾ 6, ਇਹ 31 ਹੋ ਗਏ, ਅਤੇ 3 ਸ਼ੁਰੂ ਵਾਲੇ ਆ ਈ ਊ। ਬਾਕੀ ਸਾਰੇ ਮੇਲ ਕੇ ਬਣਦੇ ਹੈ। 31 ਅਤੇ 3 34 ਅੱਖਰ ਇਹ ਹੁੰਦੇ ਹੈ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਹੈ। 34 ਅੱਖਰ ਮਾਹੀ। ਇਹ 34 ਅੱਖਰਾਂ ਦੇ ਵਿੱਚ ਜਿੰਨਾ ਮਰਜ਼ੀ ਗਿਆਨ ਧਿਆਨ ਦਾ ਜ਼ਿਕਰ ਹੈ, ਪਰਮਾਤਮਾ ਦੇ ਨਾਮ ਦੇ ਬਰਾਬਰ ਇਹ ਨਹੀਂ ਪੁੱਜ ਸਕਦੇ। ਵਾਹਿਗੁਰੂ ਦਾ ਨਾਮ ਸਭ ਤੋਂ ਉੱਤਮ ਹੈ, ਸਭ ਤੋਂ ਹੀ ਮਹਾਨ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਜਿਹੜੇ 34 ਦੀ ਗਿਣਤੀ ਹੈ ਨਾ, 34 ਅੱਖਰਾਂ ਦੀ, ਅਤੇ ਫਿਰ ਲੇਖਾ ਲਿਖਿਆ ਜਾਂਦਾ ਹੈ। ਗੁਰਮੁਖ ਪਿਆਰੇ ਇਹਦੇ ਤੋਂ ਅੱਗੇ ਲੰਘ ਗਏ ਹੈ। 34 ਲੇਖ ਅਲੇਖ ਲਿਖਾਈ। 34 ਅੱਖਰਾਂ ਦਾ ਜੋ ਲੇਖਾ ਹੈ ਉਹਦੇ ਤੋਂ ਗੁਰਮੁਖ ਪਿਆਰੇ ਅਲੇਖ ਹੋ ਗਏ ਹੈ। ਭਾਵ ਉਹਨਾਂ ਦੀ ਜੋ ਅਵਸਥਾ ਹੈ ਨਾ, ਇਹਨਾਂ 34 ਅੱਖਰਾਂ ਵਿੱਚ ਨਹੀਂ ਦੱਸੀ ਜਾ ਸਕਦੀ।
ਬਾਕੀ ਅੱਖਰਾਂ ਨੂੰ ਅੱਖਰ ਮਿਲ ਕੇ ਉਹ ਅੱਖਰ ਬਣਦੇ ਹੈ। ਜਿਵੇਂ ਆਪਾਂ ਲਿਖਦੇ ਹਾਂ ਕਕਸ਼ਾ, ਕਸ਼ਤਰੀ, ਜਿਹੜੇ ਸੰਸਕ੍ਰਿਤ ਥੋੜ੍ਹੀ ਜਾਂ ਦੇਵਨਾਗਰੀ ਲਿਪੀ ਨੂੰ ਜਾਣਦੇ ਹੈ, ਕੱਕਾ ਅਤੇ ਸੱਸਾ ਮਿਲ ਕੇ ਕਸ਼ਾ ਬਣਿਆ, ਕਸ਼ਤਰੀ ਉਹਦੇ ਤੋਂ ਲਿਖਿਆ ਜਾਂਦਾ ਹੈ। ਤਰਾ ਅੱਖਰ ਹੈ, ਤੱਤੇ ਅਤੇ ਰਾਰੇ ਨੂੰ ਮਿਲ ਕੇ ਉਹ ਬਣਿਆ ਹੈ। ਇਸ ਤਰ੍ਹਾਂ ਬਾਕੀ ਅੱਖਰਾਂ ਨੂੰ ਮੇਲ ਕੇ ਅੱਖਰ ਬਣੇ ਹੈ। ਮੂਲ ਰੂਪ ਵਿੱਚ ਜਿਹੜੇ 34 ਹੈ, ਸੋ 34 ਅੱਖਰਾਂ ਦੇ ਲੇਖੇ ਤੋਂ ਗੁਰਮੁਖ ਅਲੇਖ ਹੋ ਗਏ ਅਤੇ ਅਲੇਖ ਪਰਮਾਤਮਾ ਨੂੰ ਗੁਰਮੁਖ ਪਿਆਰੇ ਜਿਹੜੇ ਹੈ ਉਹ ਜਾਣਦੇ ਹੈ। ਸੋ ਇੱਥੋਂ ਤੱਕ ਭਾਈ ਗੁਰਦਾਸ ਜੀ ਨੇ ਇਹ ਲੰਮੀ ਗਿਣਤੀ ਕੀਤੀ ਹੈ, ਔਰ ਲੰਮੀ ਗਿਣਤੀ ਕਰਕੇ ਸਾਨੂੰ ਦੱਸਿਆ ਹੈ ਕਿ ਗੁਰਮੁਖ ਪਿਆਰੇ ਜਿਹੜੇ ਹੈ ਉਹ ਇਹਨਾਂ ਗਿਣਤੀਆਂ ਤੋਂ ਸਾਰੇ ਹੀ ਰਹਿਤ ਹਨ। ਹੁਣ ਅਗਲੀ ਪੌੜੀ ਵਿੱਚ ਭਾਈ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਦੀ ਸਿਫਤ ਕਰਦੇ ਹੈ। ਹੁਣ ਅੱਗੇ ਗਿਣਤੀ ਨਹੀਂ। ਵੇਦ ਕਤੇ ਬਹੁ ਬਾਹਰਾ, ਲੇਖ ਅਲੇਖ ਨ ਲਖਿਆ ਜਾਈ। ਪਰਮਾਤਮਾ ਉਹ ਵੇਦਾਂ ਕਤੇਬਾਂ ਤੋਂ ਬਾਹਰਾ ਹੈ। ਜੋ ਕੁਝ ਵੇਦਾਂ ਕਤੇਬਾਂ ਵਿੱਚ ਲਿਖਿਆ ਗਿਆ, ਜੇ ਇਹ ਗੱਲ ਕਹੀ ਜਾਵੇ ਵੀ ਬਸ ਵਾਹਿਗੁਰੂ ਬਾਰੇ ਮੁਕੰਮਲ ਤੌਰ 'ਤੇ ਲਿਖ ਲਿਆ, ਭਾਈ ਸਾਹਿਬ ਜੀ ਕਹਿੰਦੇ ਨਹੀਂ, ਉਹ ਵੇਦਾਂ ਕਤੇਬਾਂ ਦੇ ਵਿੱਚ ਨਹੀਂ ਆਉਂਦਾ, ਉਹ ਇਹਦੇ ਤੋਂ ਬਾਹਰਾ ਹੈ। ਉਹਨੂੰ ਪੂਰਨ ਤੌਰ 'ਤੇ ਕਿਸੇ ਨੇ ਵੀ ਬਿਆਨਿਆ ਨਹੀਂ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੇ। ਤਤ ਸਿਧਾਂਤ ਨੂੰ ਪੂਰਨ ਤੌਰ 'ਤੇ ਨਹੀਂ ਜਾਣਿਆ ਜਾ ਸਕਦਾ। ਵੇਦਾਂ ਕਤੇਬਾਂ ਤੋਂ ਬਾਹਰਾ ਹੈ, ਲੇਖੇ ਤੋਂ ਅਲੇਖ ਹੈ, ਨਾ ਲਖਿਆ ਜਾਈ ਅਤੇ ਉਹਨੂੰ ਜਾਣਿਆ ਨਹੀਂ ਜਾ ਸਕਦਾ। ਰੂਪ ਅਨੂਪ ਅਚਰਜ ਹੈ, ਦਰਸ਼ਨ ਦ੍ਰਿਸ਼ਟ ਅਗੋਚਰ ਭਾਈ। ਉਹਦਾ ਜਿਹੜਾ ਰੂਪ ਹੈ ਉਪਮਾ ਤੋਂ ਰਹਿਤ ਹੈ, ਅਸਚਰਜ ਹੈ, ਅਤੇ ਉਹਦੇ ਜਿਹੜੇ ਦਰਸ਼ਨ ਇਸ ਦ੍ਰਿਸ਼ਟੀ ਨਾਲ ਕਰਨੇ ਹੈ, ਭਾਈ ਸਾਹਿਬ ਜੀ ਕਹਿੰਦੇ ਅਗੋਚਰ ਨੇ। ਆਹ ਜਿਹੜੀ ਸਾਡੀ ਨਜ਼ਰ ਬਾਹਰ ਦੀਆਂ ਅੱਖਾਂ ਨੇ ਨਾ, ਦ੍ਰਿਸ਼ਟੀ ਹੈ, ਇਹ ਸੰਸਾਰ ਦੀਆਂ ਵਸਤੂਆਂ ਨੂੰ ਵੇਖ ਸਕਦੀਆਂ ਨੇ, ਪਰ ਉਹ ਇਹਨਾਂ ਇੰਦਰੀਆਂ ਦਾ ਵਿਸ਼ਾ ਨਹੀਂ। ਅੱਖਾਂ ਦਾ, ਇਸ ਦ੍ਰਿਸ਼ਟੀ ਦਾ ਉਹ ਵਿਸ਼ਾ ਨਹੀਂ ਹੈ। ਅਗੋਚਰ, ਇਹਦੇ ਗੋਚਰਾ ਨਹੀਂ ਹੈ। ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਡਿਸੰਦੋ ਮਾਪਰੀ। ਇਹਨਾਂ ਅੱਖਾਂ ਦੇ ਨਾਲ ਉਹਦਾ ਦੀਦਾਰ ਨਹੀਂ ਹੋ ਸਕਦਾ। ਇੱਕ ਕਵਾਓ ਪਸਾਓ ਘਰ, ਇਹ ਸਾਰਾ ਜਿੰਨਾ ਪਸਾਰਾ ਹੈ ਨਾ ਸੰਸਾਰ ਦਾ, ਸ੍ਰਿਸ਼ਟੀ ਦਾ, ਪਰਮਾਤਮਾ ਨੇ ਆਪਣੇ ਇੱਕ ਕਵਾਓ, ਇੱਕ ਬੋਲ ਦੇ ਨਾਲ ਕੀਤਾ ਹੈ। ਕੀਤਾ ਪਸਾਓ ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਤੋਲਨ ਤੁਲਾ ਧਾਰ ਨਾ ਸਮਾਈ। ਤੁਲਾ ਧਾਰ ਕਹਿੰਦੇ ਤੱਕੜੀ ਨੂੰ। ਸੋ ਤੱਕੜੀ ਦੇ ਨਾਲ ਉਹਨੂੰ ਤੋਲਿਆ ਨਹੀਂ ਜਾ ਸਕਦਾ। ਤੱਕੜੀ ਦੇ ਨਾਲ ਤੋਲਣ ਦੇ ਵਿੱਚ ਉਹ ਸਮਾਉਂਦਾ ਨਹੀਂ। ਜਿਵੇਂ ਕੋਈ ਚੀਜ਼ ਹੁੰਦੀ ਆ ਨਾ, ਉਹਦਾ ਵਜ਼ਨ ਆਪਾਂ ਤੱਕੜੀ ਨਾਲ ਤੋਲਦੇ ਹਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬੁੱਧੀ ਰੂਪ ਤੱਕੜੀ ਦੇ ਨਾਲ ਅਤੇ ਵਿਚਾਰ ਦੇ ਵੱਟੇ ਪਾ ਕੇ ਵੀ ਉਹਨੂੰ ਤੋਲਿਆ ਨਹੀਂ ਜਾ ਸਕਦਾ। ਉਹਨੂੰ ਉਹਦੇ ਬਾਰੇ ਪੂਰਨ ਤੌਰ 'ਤੇ ਦੱਸਿਆ ਨਹੀਂ ਜਾ ਸਕਦਾ। ਸੋ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਨਹੀਂ ਤੋਲਿਆ ਜਾ ਸਕਦਾ। ਸਾਰਿਆਂ ਦੇ ਵਿੱਚ ਉਹ ਸਮਾਇਆ ਹੈ। ਕਥਨੀ ਬਦਨੀ ਬਾਹਰਾ, ਥੱਕੈ ਸ਼ਬਦ ਸੁਰਤ ਲਿਵ ਲਾਈ। ਕਥਨੀਆਂ ਤੋਂ ਜਿੰਨੀਆਂ ਮਰਜ਼ੀ ਕਥਾਵਾਂ ਕਹਿ ਲਓ, ਉਹ ਇਹਦੇ ਤੋਂ ਬਾਹਰਾ ਹੈ। ਬਦਨੀ ਕਵੀਸ਼ਰੀਆਂ ਕਹਿ ਲਓ, ਇਹਦੇ ਤੋਂ ਬਾਹਰਾ ਹੈ। ਕਥਨੀਆਂ ਬਦਨੀਆਂ ਕਰ ਕਰਕੇ ਲੋਕ ਥੱਕ ਗਏ ਹੈ। ਗੁਰਮੁਖ ਪਿਆਰਿਆਂ ਨੇ ਸ਼ਬਦ ਸੁਰਤ ਲਿਵ ਲਾਈ। ਆਪਣੀ ਸੁਰਤ ਸ਼ਬਦ ਦੇ ਵਿੱਚ ਲਾਈ ਹੋਈ ਹੈ, ਅਥਵਾ ਸ਼ਬਦ ਦੀ ਜੋ ਸੁਰਤ ਗਿਆਤ ਹੈ ਉਹਦੇ ਵਿੱਚ ਗੁਰਮੁਖਾਂ ਨੇ ਲਿਵ ਲਾਈ ਹੈ। ਮਨ ਬਚ ਕਰਮ ਅਗੋਚਰਾ, ਮਤ ਬੁੱਧ ਸਾਧ ਸੋਝੀ ਥੱਕ ਪਾਈ। ਮਨ ਬਚਨ ਅਤੇ ਕਰਮ ਇਹਨਾਂ ਦਾ ਗੋਚਰਾ ਨਹੀਂ ਹੈ। ਉਹ ਨਾ ਮਨ ਕਰਕੇ ਪੂਜਿਆ ਜਾ ਸਕਦਾ ਹੈ, ਬਚਨਾਂ ਕਰਕੇ, ਬੋਲਾਂ ਕਰਕੇ ਵੀ ਨਹੀਂ ਕਿਹਾ ਜਾ ਸਕਦਾ, ਅਤੇ ਕਰਮਾਂ ਕਰਕੇ ਵੀ ਸੋ ਉਹਦੇ ਤੱਕ ਪੁੱਜ ਨਹੀਂ ਸਕੀਦਾ। ਮਨ ਬਚਨ ਅਤੇ ਕਰਮ ਇਹਨਾਂ ਦਾ ਗੋਚਰਾ ਨਹੀਂ ਹੈ, ਭਾਵ ਇਹਨਾਂ ਦਾ ਵੀ ਉਹ ਵਿਸ਼ਾ ਨਹੀਂ ਹੈ। ਮਤ ਬੁੱਧ ਸਾਧ, ਮਤ ਬੁੱਧੀ ਅਤੇ ਸਾਧਨਾ
ਸੋ ਇਹ ਜਿਹੜੇ ਹੈ ਨਾ, ਇਹਨਾਂ ਦੇ ਨਾਲ ਬੰਦਾ ਜਿੰਨਾ ਮਰਜ਼ੀ ਯਤਨ ਕਰ ਲਵੇ, ਵਾਹਿਗੁਰੂ ਪਰਮਾਤਮਾ ਦੇ ਬਾਰੇ ਜਾਣ ਨਹੀਂ ਸਕਦਾ। ਸੰਸਾਰ ਦੇ ਵਿੱਚ ਸੰਸਾਰ ਦੀਆਂ ਵਸਤੂਆਂ ਦਾ ਤਾਂ ਗਿਆਨ ਲੈ ਸਕਦਾ ਹੈ, ਪਰ ਪਰਮਾਤਮਾ ਬਾਰੇ ਬੰਦਾ ਇੰਨਾ ਨਹੀਂ ਜਾਣ ਸਕਦਾ। ਜਿਹੜਾ ਪਰਮੇਸ਼ਰ ਹੈ ਉਹ ਮਨ, ਬਾਣੀ ਅਤੇ ਕਰਮ ਦਾ ਗੋਚਰਾ ਨਹੀਂ, ਅਗੋਚਰ ਹੈ। ਮਤ, ਬੁੱਧੀ ਅਤੇ ਜਿੰਨੇ ਸਾਧਨ ਨੇ, ਇਹਨਾਂ ਰਾਹੀਂ ਬੰਦਾ ਜਿੰਨਾ ਮਰਜ਼ੀ ਲੱਭਦਾ ਰਹੇ, ਲੱਭਦਾ ਲੱਭਦਾ ਹਾਰ ਜਾਵੇਗਾ, ਥੱਕ ਜਾਵੇਗਾ, ਪਰ ਉਹਨੂੰ ਲੱਭ ਨਹੀਂ ਸਕਦਾ। ਅਛਲ ਅਛੇਦ ਅਭੇਦ ਹੈ, ਭਗਤ ਵਸ਼ਲ ਸਾਧ ਸੰਗਤ ਛਾਈ। ਉਹ ਅਛਲ ਹੈ, ਉਹਨੂੰ ਕੋਈ ਛਲ ਨਹੀਂ ਸਕਦਾ, ਕੋਈ ਉਹਦੇ ਨਾਲ ਧੋਖਾ ਨਹੀਂ ਕਰ ਸਕਦਾ। ਅਛੇਦ, ਉਹਨੂੰ ਛੇਦਿਆ ਨਹੀਂ ਜਾ ਸਕਦਾ, ਕੱਟਿਆ ਨਹੀਂ ਜਾ ਸਕਦਾ। ਅਭੇਦ, ਉਹਦਾ ਕੋਈ ਭੇਦ ਨਹੀਂ ਪਾ ਸਕਦਾ। ਭਗਤ ਵਸ਼ਲ, ਹਾਂ ਉਹ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਭਗਤਾਂ ਦਾ ਪਿਆਰਾ ਹੈ, ਭਗਤਾਂ ਨੂੰ ਪਿਆਰ ਕਰਦਾ, ਭਗਤੀ ਨੂੰ ਪਿਆਰ ਕਰਦਾ ਹੈ। ਸਾਧ ਸੰਗਤ ਛਾਈ, ਅਤੇ ਸਾਧ ਸੰਗਤ ਦੇ ਵਿੱਚ ਛਾਈ ਦਾ ਭਾਵ ਉਹ ਛਾਇਆ ਸਥਿਤ ਹੈ, ਟਿਕਿਆ ਹੋਇਆ ਹੈ, ਸਾਧ ਸੰਗਤ ਦੇ ਵਿੱਚ ਵਸਿਆ ਹੋਇਆ ਹੈ। ਵੱਡਾ ਆਪ ਵੱਡੀ ਵਡਿਆਈ, ਉਹ ਆਪ ਵੱਡਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਦੀ ਵਡਿਆਈ ਵੱਡੀ ਹੈ, ਕੋਈ ਵੀ ਉਹਦੀ ਵੱਡੀ ਵਡਿਆਈ ਨੂੰ ਪੂਰਨ ਤੌਰ 'ਤੇ ਨਹੀਂ ਕਰ ਸਕਦਾ। ਏਡੀ ਵੱਡੀ ਵਡਿਆਈ ਹੈ, ਉਮਰਾਂ ਲੱਗ ਜਾਣਗੀਆਂ ਪਰ ਉਹਦੀਆਂ ਵਡਿਆਈਆਂ ਕਦੇ ਨਹੀਂ ਮੁੱਕਣਗੀਆਂ। ਸੋ ਭਾਈ ਗੁਰਦਾਸ ਸਾਹਿਬ ਜੀ ਗੁਰਮੁਖਾਂ ਦੀ ਅਵਸਥਾ ਦੱਸ ਕੇ ਹੁਣ ਅੱਗੇ ਵਾਹਿਗੁਰੂ ਜੀ ਦੀ ਸਿਫਤ ਕਰਦੇ ਹੈ। ਸੋ ਵਿਚਾਰਾਂ ਕਰਦੇ ਹਾਂ, ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅਗਾਂ ਵਾਸਤੇ ਸੁਮਤ ਬਖਸ਼ਣੀ। ਅਛਲ ਅਛੇਦ ਅਭੇਦ ਹੈ, ਭਗਤ ਵਸ਼ਲ ਸਾਧ ਸੰਗਤ ਛਾਈ। ਵੱਡਾ ਆਪ ਵੱਡੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।